ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਔਰ ਇਸ ਤੋਂ ਵੀ ਇਲਾਵਾ ਹੋਰ ਜਿੰਨੇ ਵੀ ਟੀਚਿੰਗ ਐਗਜ਼ਾਮ ਨੇ ਉਹਨਾਂ ਦੀ ਅਸੀਂ ਪ੍ਰੈਪਰੇਸ਼ਨ ਕਰਵਾਉਂਦੇ ਹਾਂ ਜੀ। ਔਰ ਅੱਜ ਦਾ ਸਾਡਾ ਚੈਪਟਰ ਹੈ ਜੀ ਰਾਈਟ ਟੂ ਐਜੂਕੇਸ਼ਨ ਐਕਟ, ਜੋ ਕਿ 4 ਅਗਸਤ 2009 ਤੋਂ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਜੀ। ਔਰ ਇਸ ਦਾ ਮੁੱਖ ਉਦੇਸ਼ ਸੀਗਾ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਭਾਰਤ ਦੇ ਹਰ ਇੱਕ ਬੱਚੇ ਨੂੰ ਜੋ ਕਿ 6 ਤੋਂ 14 ਸਾਲ ਦੀ ਉਮਰ ਵਿੱਚ ਸਨ। ਔਰ ਇਹ ਆਰਟੀਕਲ 21 ਦੇ ਅਧੀਨ ਜਿਹੜਾ ਸ਼ਾਮਿਲ ਕੀਤਾ ਗਿਆ ਭਾਰਤੀ ਸੰਵਿਧਾਨ ਵਿੱਚ। ਔਰ ਇਸ ਨੂੰ ਸ਼ਾਮਿਲ ਕਰਨ ਤੋਂ ਬਾਅਦ ਭਾਰਤ 135ਵਾਂ ਕੰਟਰੀ ਬਣ ਗਿਆ ਜਿਨ੍ਹਾਂ ਦੇਸ਼ਾਂ ਵਿੱਚ ਐਜੂਕੇਸ਼ਨ ਨੂੰ ਇੱਕ ਫੰਡਾਮੈਂਟਲ ਰਾਈਟ ਦੇ ਤੌਰ 'ਤੇ ਅਪਣਾਇਆ ਗਿਆ। ਔਰ ਇਹ ਐਕਟ 1 ਅਪ੍ਰੈਲ 2010 ਨੂੰ ਇੰਡੀਆ ਦੁਆਰਾ ਜਿਹੜਾ ਲਾਗੂ ਕੀਤਾ ਗਿਆ ਜੀ। ਔਰ ਇਸ ਦਾ ਜੇਕਰ ਬੈਨੀਫਿਟ ਦੀ ਗੱਲ ਕਰੀਏ ਤਾਂ ਇਸ ਵਿੱਚ ਭਾਰਤ ਦੇ 22 ਕਰੋੜ ਚਿਲਡਰਨ ਜੋ ਕਿ 6 ਤੋਂ 14 ਸਾਲ ਦੀ ਉਮਰ ਵਿੱਚ ਆਉਂਦੇ ਸਨ, ਉਹਨਾਂ ਨੂੰ ਸਿੱਧਾ ਸਾਦਾ ਇਸ ਦਾ ਫਾਇਦਾ ਹੋਇਆ ਜੀ। ਔਰ ਇਸ ਤੋਂ ਇਲਾਵਾ 92 ਲੱਖ ਚਿਲਡਰਨ ਜਿਹੜੇ ਕਿ ਡਰੋਪ ਆਊਟ ਚਿਲਡਰਨ ਸਨ, ਜੋ ਕਿ ਕਦੇ ਵੀ ਕਿਸੇ ਵੀ ਇੰਸਟੀਟਿਊਸ਼ਨ ਵਿੱਚ ਜਿਨ੍ਹਾਂ ਨੇ ਦਾਖਲਾ ਨਹੀਂ ਕਰਵਾਇਆ ਸੀਗਾ ਜੀ। ਔਰ ਇਸ ਦਾ ਫਾਇਦਾ ਉਹਨਾਂ ਬੱਚਿਆਂ ਨੂੰ ਹੋਇਆ। ਔਰ ਇਸ ਐਕਟ ਨੂੰ ਲਾਗੂ ਕਰਨਾ ਲੋਕਲ ਐਂਡ ਸਟੇਟ ਗਵਰਨਮੈਂਟ ਦੀ ਜਿਹੜਾ ਜ਼ਿੰਮੇਵਾਰੀ ਸੀਗੀ। ਔਰ ਇਸ ਨੂੰ ਲਾਗੂ ਕੀਤਾ ਗਿਆ 1 ਅਪ੍ਰੈਲ 2010 ਵਿੱਚ। ਔਰ ਹਰੇਕ ਸਟੇਟ ਦੀ ਇਹ ਜ਼ਿੰਮੇਵਾਰੀ ਜਿਹੜਾ ਬਣਾਈ ਗਈ ਕਿ ਉਹ ਆਪਣੇ ਜਿਹੜੇ ਸਟੇਟ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਜਿਹੜਾ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਵੇਗਾ। ਔਰ ਹੁਣ ਅਸੀਂ ਇਸ ਬਾਰੇ ਜਿਹੜਾ ਵਿਸਥਾਰਪੂਰਵਕ ਜਾਣਾਂਗੇ ਜੀ ਇਸ ਐਕਟ ਬਾਰੇ। ਤਾਂ ਇਸ ਐਕਟ ਦੇ ਅਧੀਨ 6 ਤੋਂ 14 ਸਾਲ ਦੇ ਬੱਚੇ ਨੂੰ ਜਿਹੜਾ ਸਿੱਖਿਆ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ, ਜੋ ਕਿ ਪਹਿਲਾਂ ਮੌਲਿਕ ਕਰਤੱਵ ਦੀ ਸੂਚੀ ਵਿੱਚ ਸ਼ਾਮਿਲ ਸੀ। ਔਰ ਆਪਣੇ 6 ਤੋਂ 14 ਸਾਲ ਦੇ ਬੱਚਿਆਂ ਨੂੰ ਸਿੱਖਿਆ ਦੇ ਅਵਸਰ ਮੁਹੱਈਆ ਕਰਵਾਉਣਾ ਮਾਤਾ ਪਿਤਾ ਦਾ ਇੱਕ ਮੌਲਿਕ ਕਰਤੱਵ ਬਣਾ ਦਿੱਤਾ ਗਿਆ, ਜੋ ਕਿ ਧਾਰਾ 51A ਦੇ ਅਧੀਨ ਭਾਗ K ਵਿੱਚ ਸ਼ਾਮਿਲ ਕੀਤਾ ਗਿਆ ਜੀ। ਤਾਂ ਹੁਣ ਅਸੀਂ ਦੇਖਾਂਗੇ ਇਸ ਦੇ RTE ਐਕਟ 2009 ਦੇ ਮੁੱਖ ਪ੍ਰਮੁੱਖ ਕਿਹੜੇ ਸਨ। ਤਾਂ ਸਭ ਤੋਂ ਪਹਿਲਾਂ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ। ਤਾਂ ਇਸ ਵਿੱਚ ਕਿਹਾ ਗਿਆ ਕਿ ਹਰੇਕ 6 ਤੋਂ 14 ਸਾਲ ਦੇ ਬੱਚੇ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਉਸ ਦੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮੁਹੱਈਆ ਕਰਵਾਈ ਜਾਵੇਗੀ। ਔਰ ਇਸ ਤੋਂ ਬਾਅਦ ਆਂਢ ਗੁਆਂਢ ਵਿੱਚ ਸਕੂਲ, ਤਾਂ ਹਰੇਕ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਦੀ ਵਿਵਸਥਾ ਕੀਤੀ ਜਾਵੇਗੀ। ਔਰ ਇਸ ਤੋਂ ਅੱਗੇ ਰਾਸ਼ਟਰੀ ਪਾਠਕ੍ਰਮ ਅਤੇ ਅਧਿਆਪਕਾਂ ਦੀ ਸਿਖਲਾਈ। ਤਾਂ ਇਸ ਅਧੀਨ ਰਾਜ ਸਰਕਾਰ ਜਿਹੜਾ ਰਾਸ਼ਟਰੀ ਪਾਠਕ੍ਰਮ ਦੇ ਅਧੀਨ ਹੀ ਜਿਹੜਾ ਆਪਣੇ ਸਕੂਲਾਂ ਵਿੱਚ ਸਿੱਖਿਆ ਮੁਹੱਈਆ ਜਿਹੜਾ ਕਰਵਾਵੇਗੀ। ਔਰ ਇਸ ਤੋਂ ਇਲਾਵਾ ਅਧਿਆਪਕਾਂ ਦੀ ਸਿਖਲਾਈ ਲਈ ਵਿਸ਼ੇਸ਼ ਪ੍ਰਬੰਧ ਕਰੇਗੀ। ਇਸ ਤੋਂ ਇਲਾਵਾ ਮੁਫਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕਰਨ ਦੀ ਜ਼ਿੰਮੇਵਾਰੀ। ਤਾਂ ਇਸ ਵਿੱਚ ਸਕੂਲਾਂ ਦੀ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਆਪਣੇ ਸਕੂਲ ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕਰਵਾਉਣ 6 ਤੋਂ 14 ਸਾਲ ਦੇ ਬੱਚਿਆਂ ਨੂੰ। ਔਰ ਇਸ ਤੋਂ ਇਲਾਵਾ ਨਿੱਜੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਕਮਜ਼ੋਰ ਬੱਚਿਆਂ ਲਈ ਜਿਹੜਾ 25% ਰਾਖਵਾਂ ਜਿਹੜਾ ਕਰ ਦਿੱਤਾ ਗਿਆ, ਤਾਂ ਕਿ ਜਿਹੜੇ ਗਰੀਬ ਬੱਚੇ ਸਨ ਉਹ ਵੀ ਜਿਹੜੇ ਨਿੱਜੀ ਸਕੂਲਾਂ ਵਿੱਚ ਦਾਖਲਾ ਲੈ ਸਕਣ। ਔਰ ਕੋਈ ਵੀ ਨਿੱਜੀ ਸਕੂਲ ਆਪਣਾ ਜਿਹੜਾ ਸੀਟ ਖਾਲੀ ਨਹੀਂ ਰੱਖ ਸਕਦਾ। ਔਰ ਇਸ ਤੋਂ ਇਲਾਵਾ ਦਾਖਲਾ ਪ੍ਰਕਿਰਿਆ ਵਿੱਚ ਕੈਪੀਟੇਸ਼ਨ ਫੀਸ ਔਰ ਪ੍ਰੀਖਣ 'ਤੇ ਰੋਕ। ਕੋਈ ਵੀ ਸਕੂਲ ਅਬ ਦਾਖਲਾ ਲੈਣ ਸਮੇਂ ਕੈਪੀਟੇਸ਼ਨ ਫੀਸ ਔਰ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਖਰਚ ਜਿਹੜਾ ਉਸ ਨੂੰ ਨਹੀਂ ਲਵੇਗੀ ਜੀ। ਔਰ ਇਸ ਤੋਂ ਇਲਾਵਾ ਨਾ ਹੀ ਕੋਈ ਪ੍ਰੀਖਣ, ਕੋਈ ਟੈਸਟ ਲਿਆ ਜਾਵੇਗਾ ਬੱਚੇ ਦਾ। ਔਰ ਇਸ ਤੋਂ ਇਲਾਵਾ ਦਾਖਲਾ ਨਾ ਕਰਨ 'ਤੇ ਰੋਕ। ਕੋਈ ਵੀ ਸਕੂਲ ਬੱਚੇ ਨੂੰ ਦਾਖਲ ਨਾ ਕਰਨ 'ਤੇ ਜਿਹੜਾ ਇਨਕਾਰ ਨਹੀਂ ਕਰ ਸਕਦਾ। ਔਰ ਜੇਕਰ ਉਹ ਇਨਕਾਰ ਕਰੇਗਾ ਦਾਖਲਾ ਦੇਣ ਤੋਂ ਤਾਂ ਉਸ ਦੇ ਸਕੂਲ ਦੇ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਵੇਗੀ। ਔਰ ਇਸ ਤੋਂ ਇਲਾਵਾ ਕਿਸੇ ਵੀ ਜਮਾਤ ਵਿੱਚ ਰੋਕ ਕੇ ਰੱਖਣ ਜਾਂ ਕੱਢ ਦੇਣ 'ਤੇ ਰੋਕ। ਤਾਂ ਇਸ ਵਿੱਚ ਕੋਈ ਵੀ ਸਕੂਲ ਬੱਚੇ ਨੂੰ ਇੱਕੋ ਜਮਾਤ ਵਿੱਚ ਨਹੀਂ ਰੋਕ ਕੇ ਸਕਦਾ ਔਰ ਨਾ ਹੀ ਸਕੂਲ ਤੋਂ ਬਾਹਰ ਕੱਢ ਸਕਦਾ ਹੈ ਜੀ, ਨਾ ਜਾਣੇ ਕਿ ਉਸ ਦਾ ਨਾਂ ਕੱਟ ਸਕਦਾ ਹੈਗਾ ਜੀ। ਔਰ ਇਸ ਤੋਂ ਇਲਾਵਾ ਸਜ਼ਾ ਅਤੇ ਉਤਪੀੜਨ 'ਤੇ ਰੋਕ। ਕੋਈ ਵੀ ਸਕੂਲ ਦਾ ਅਧਿਆਪਕ ਬੱਚੇ ਨੂੰ ਸਰੀਰਕ ਅਤੇ ਮਾਨਸਿਕ ਯਾਤਨਾਵਾਂ ਨਹੀਂ ਦੇਵੇਗਾ। ਮਾਨਕਾਂ ਅਤੇ ਪੱਧਰਾਂ ਦੀ ਪੂਰਤੀ। ਹਰੇਕ ਸਰਕਾਰ ਦੁਆਰਾ ਜਿਹੜੇ ਸਕੂਲਾਂ ਲਈ ਮਾਨਕ ਪੱਧਰ ਨਿਸ਼ਚਿਤ ਕੀਤੇ ਜਾਣਗੇ ਔਰ ਸਕੂਲ ਨੂੰ ਉਹਨਾਂ ਮਾਨਕਾਂ ਪੱਧਰਾਂ ਨੂੰ ਜਿਹੜਾ ਉਹਨਾਂ ਦੀ ਪੂਰਤੀ ਕਰਨੀ ਹੋਵੇਗੀ। ਔਰ ਜੇਕਰ ਕੋਈ ਵੀ ਸਕੂਲ 3 ਸਾਲਾਂ ਦੇ ਅੰਦਰ ਮਾਨਕ ਪੱਧਰਾਂ ਦੀ ਪੂਰਤੀ ਨਹੀਂ ਕਰੇਗਾ ਤਾਂ ਉਸ ਸਕੂਲ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਔਰ ਇਸ ਤੋਂ ਇਲਾਵਾ ਸਕੂਲ ਪ੍ਰਬੰਧਨ ਕਮੇਟੀ ਦਾ ਗਠਨ।
ਤਾਂ ਇਸ ਵਿੱਚ ਹਰੇਕ ਸਕੂਲ ਦੁਆਰਾ ਆਪਣੇ ਸਕੂਲ ਦੀ ਪ੍ਰਬੰਧਨ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਹੋਵੇਗਾ, ਜੋ ਕਿ ਸਕੂਲ ਦੇ ਕੰਮਾਂ ਦਾ ਰੱਖ ਰਖਾਵ ਕਰ ਸਕੇ। ਔਰ ਇਸ ਤੋਂ ਇਲਾਵਾ ਸਕੂਲ ਵਿਕਾਸ ਯੋਜਨਾ, ਹਰੇਕ ਸਕੂਲ ਦੀ ਪ੍ਰਬੰਧਨ ਕਮੇਟੀ ਵੱਲੋਂ ਸਕੂਲ ਵਿਕਾਸ ਯੋਜਨਾਵਾਂ ਦਾ ਪ੍ਰਬੰਧ ਦਾ ਸੂਤਰੀਕਰਨ ਕੀਤਾ ਗਿਆ। ਔਰ ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਯੋਜਨਾ ਅਤੇ ਸੇਵਾ ਸ਼ਰਤਾਂ, ਇਸ ਵਿੱਚ ਅਧਿਆਪਕਾਂ ਦੀਆਂ ਯੋਗਤਾਵਾਂ ਔਰ ਸੇਵਾ ਸ਼ਰਤਾਂ ਨੂੰ ਜਿਹੜਾ ਨਿਯਮਿਤ ਕੀਤਾ ਗਿਆ, ਤਾਂ ਕਿ ਹਰ ਅਧਿਆਪਕ ਉਹਨਾਂ ਸੇਵਾ ਸ਼ਰਤਾਂ ਨੂੰ ਜਿਹੜੇ ਪੂਰਾ ਕਰ ਸਕੇ। ਔਰ ਇਸ ਤੋਂ ਇਲਾਵਾ ਅਧਿਆਪਕ ਦੇ ਕਰਤੱਵ, ਅਨੁਸ਼ਾਸਨੀ ਕਾਰਵਾਈਆਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਔਰ ਇਸ ਵਿੱਚ ਤੋਂ ਇਲਾਵਾ ਵਿਦਿਆਰਥੀ ਅਧਿਆਪਕ ਅਨੁਪਾਤ ਬਣਾਈ ਰੱਖਣ ਲਈ ਜਿਹੜੇ ਵਿਸ਼ੇਸ਼ ਕਾਰਜ ਕੀਤੇ ਗਏ, ਤਾਂ ਕਿ ਇੱਕ ਕਲਾਸ ਦੇ ਵਿੱਚ ਇੱਕ ਅਧਿਆਪਕ ਅਤੇ 30 ਬੱਚਿਆਂ ਦਾ ਜਿਹੜਾ ਅਨੁਪਾਤ ਸੀ ਉਹ ਨਿਸ਼ਚਿਤ ਕੀਤਾ ਗਿਆ ਜੀ। ਔਰ ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨਾ, ਤਾਂ ਇਸ ਵਿੱਚ ਸਕੂਲ ਵਿੱਚ ਜਿਹੜੀਆਂ ਵੀ ਖਾਲੀ ਅਸਾਮੀਆਂ ਹੋਣਗੀਆਂ ਉਹਨਾਂ ਨੂੰ ਭਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਔਰ ਇਸ ਤੋਂ ਇਲਾਵਾ ਗੈਰ ਵਿਦਿਅਕ ਕੰਮਾਂ ਲਈ ਅਧਿਆਪਕਾਂ ਦੀ ਨਿਯੁਕਤੀ 'ਤੇ ਰੋਕ ਲਗਾਈ ਗਈ, ਜਿਵੇਂ ਕਿ ਅਧਿਆਪਕਾਂ ਦੁਆਰਾ ਜਨਗਣਨਾ ਜਾਂ ਸੰਕਟ ਸੰਬੰਧੀ ਰਾਹਤ, ਸਥਾਨਕ ਅਥਾਰਟੀ ਜਾਂ ਸੰਸਦੀ ਜਾਂ ਵਿਧਾਨ ਮੰਡਲ ਚੋਣਾਂ ਵਿੱਚ ਉਹਨਾਂ ਨੂੰ ਜਿਹੜਾ ਕੰਮ ਕਰਨ ਲਈ ਦੇ ਦਿੱਤਾ ਜਾਂਦਾ ਹੈਗਾ। ਪਰ ਇਹਨਾਂ ਸਾਰੇ ਗੈਰ ਵਿਦਿਅਕ ਕੰਮਾਂ ਉੱਪਰ ਅਧਿਆਪਕਾਂ ਦੀ ਰੋਕ ਲਗਾ ਦਿੱਤੀ ਗਈ, ਤਾਂ ਕਿ ਅਧਿਆਪਕ ਜਿਹੜਾ ਆਪਣੇ ਸਕੂਲ ਦੀ ਜਿਹੜੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇ ਸਕਣ। ਔਰ ਇਸ ਤੋਂ ਇਲਾਵਾ ਨਿੱਜੀ ਟਿਊਸ਼ਨਾਂ 'ਤੇ ਰੋਕ, ਸਰਕਾਰੀ ਅਧਿਆਪਕ ਦੁਆਰਾ ਕੋਈ ਵੀ ਨਿੱਜੀ ਟਿਊਸ਼ਨ ਨਹੀਂ ਦਿੱਤੀ ਜਾਵੇਗੀ। ਇਸ ਤੋਂ ਅੱਗੇ ਸਿਲੇਬਸ ਅਤੇ ਮੁਲਾਂਕਣ ਪ੍ਰਕਿਰਿਆ, ਤਾਂ ਹਰੇਕ ਸਕੂਲ ਵਿੱਚ ਸਿਲੇਬਸ ਅਤੇ ਮੁਲਾਂਕਣ ਪ੍ਰਕਿਰਿਆ ਦੇ ਪ੍ਰਬੰਧ ਲਈ ਵਿਸ਼ੇਸ਼ ਯਤਨ ਕੀਤੇ ਗਏ। ਇਸ ਤੋਂ ਇਲਾਵਾ ਜਮਾਤ ਵਿੱਚ ਰੋਕ ਕੇ ਰੱਖਣ 'ਤੇ ਰੋਕ, ਕੋਈ ਵੀ ਸਕੂਲ ਕਿਸੇ ਵੀ ਵਿਦਿਆਰਥੀ ਨੂੰ ਇੱਕੋ ਕਲਾਸ ਵਿੱਚ ਨਹੀਂ ਰੱਖ ਸਕਦਾ ਔਰ ਨਾ ਹੀ ਉਸ ਨੂੰ ਫੇਲ ਕਰ ਸਕਦਾ ਹੈ। ਔਰ ਅੱਗੇ ਅਸੀਂ ਦੇਖਦੇ ਹਾਂ ਬਾਲ ਅਧਿਕਾਰਾਂ ਦੀ ਰਾਖੀ, ਤਾਂ ਸਕੂਲ ਵਿੱਚ ਬਾਲ ਅਧਿਕਾਰਾਂ ਦੀ ਰਾਖੀ ਲਈ ਜਿਹੜੇ ਰਾਜਸੀ ਕਮਿਸ਼ਨਾਂ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ। ਔਰ ਸ਼ਿਕਾਇਤਾਂ ਦਾ ਨਿਪਟਾਰਾ, ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਦਾ ਜਿਹੜਾ ਨਿਪਟਾਰਾ ਕੀਤਾ ਗਿਆ। ਔਰ ਰਾਸ਼ਟਰੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ। ਔਰ ਇਸ ਅਧੀਨ ਕੇਂਦਰ ਸਰਕਾਰ ਦੀ ਸਲਾਹ ਲਈ ਜਿਹੜਾ ਰਾਸ਼ਟਰੀ ਸਲਾਹਕਾਰ ਕੌਂਸਲ ਦਾ ਗਠਨ ਕਰਨ ਲਈ ਪ੍ਰਬੰਧ ਲਈ ਯਤਨ ਕੀਤਾ ਗਿਆ। ਔਰ ਤਾਂ ਕਿ ਜਿਹੜੇ ਆਰਟੀ ਐਕਟ ਨੂੰ ਜਿਹੜਾ ਵਿਸ਼ੇਸ਼ ਢੰਗ ਨਾਲ ਲਾਗੂ ਕਰ ਸਕਿਆ ਜਾ ਸਕੇ। ਔਰ ਇਸ ਤੋਂ ਇਲਾਵਾ ਰਾਜ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ, ਜਿਸ ਵਿੱਚ 15 ਮੈਂਬਰ ਹੋਣਗੇ, ਜਿਨ੍ਹਾਂ ਨੂੰ ਪ੍ਰਾਇਮਰੀ ਸਿੱਖਿਆ ਅਤੇ ਬਾਲ ਵਿਕਾਸ ਦੇ ਖੇਤਰ ਵਿੱਚ ਵਿਆਪਕ ਗਿਆਨ ਹੋਵੇਗਾ ਅਤੇ ਤਜਰਬਾ ਹੋਵੇਗਾ। ਔਰ ਇਸ ਤੋਂ ਇਲਾਵਾ ਦਿਸ਼ਾ ਨਿਰਦੇਸ਼ ਦੇ ਸਕਣ ਦੀ ਸ਼ਕਤੀ, ਤਾਂ ਇਸ ਵਿੱਚ ਕੇਂਦਰ ਸਰਕਾਰਾਂ ਕਿਸੇ ਵੀ ਰਾਜ ਸਰਕਾਰਾਂ ਔਰ ਸਥਾਨਕ ਅਥਾਰਟੀ ਨੂੰ ਜਿਹੜੀਆਂ ਲੋੜੀਂਦੇ ਦਿਸ਼ਾ ਨਿਰਦੇਸ਼ ਦੇ ਸਕਦੀਆਂ ਹਨ, ਜਿਸ ਵਿੱਚ ਕਿਹਾ ਗਿਆ ਕਿ ਜਿਵੇਂ ਧਾਰਾ 35(2) ਦੇ ਅਧੀਨ ਕਿਹਾ ਗਿਆ ਕਿ ਰਾਜ ਸਰਕਾਰਾਂ ਲੋਕਲ ਅਥਾਰਟੀ ਅਤੇ ਸਕੂਲ ਮੈਨੇਜਮੈਂਟ ਨੂੰ ਐਕਟ ਸੰਬੰਧੀ ਪੂਰਤੀ ਲਈ ਉਚਿਤ ਦਿਸ਼ਾ ਨਿਰਦੇਸ਼ ਦੇ ਸਕਦੀਆਂ ਹਨ। ਔਰ ਇਸ ਤੋਂ ਇਲਾਵਾ ਧਾਰਾ 35(3) ਦੇ ਅਧੀਨ ਲੋਕਲ ਅਥਾਰਟੀ ਨੂੰ ਇਹ ਅਧਿਕਾਰ ਪ੍ਰਦਾਨ ਕੀਤਾ ਗਿਆ ਕਿ ਉਹ ਐਕਟ ਦੀਆਂ ਧਾਰਾਵਾਂ ਸੰਬੰਧੀ ਸਕੂਲ ਮੈਨੇਜਮੈਂਟ ਨੂੰ ਜਿਹੜਾ ਲੋੜ ਅਨੁਸਾਰ ਦਿਸ਼ਾ ਨਿਰਦੇਸ਼ ਦੇ ਸਕਦੀ ਹੈਗੀ ਆ। ਤਾਂ ਇਸ ਵਿੱਚ ਇੱਕ ਜਿਹੜਾ ਡੈਮੋਕ੍ਰੇਟਿਕ ਵਿਵਸਥਾ ਲਾਗੂ ਕੀਤੀ ਗਈ, ਜਿਵੇਂ ਕਿ ਕੇਂਦਰ ਸਰਕਾਰਾਂ ਰਾਜ ਸਰਕਾਰਾਂ ਨੂੰ ਸਲਾਹ ਦੇ ਸਕਦੀਆਂ ਹਨ ਉਸ ਐਕਟ ਨੂੰ ਲਾਗੂ ਕਰਨ ਲਈ, ਔਰ ਰਾਜ ਸਰਕਾਰਾਂ ਲੋਕਲ ਅਥਾਰਟੀ ਨੂੰ ਔਰ ਲੋਕਲ ਅਥਾਰਟੀ ਸਕੂਲ ਮੈਨੇਜਮੈਂਟ ਨੂੰ। ਤਾਂ ਇਸ ਤਰ੍ਹਾਂ ਜਿਹੜਾ ਸ਼ਕਤੀ ਦਾ ਵਰਗੀਕਰਨ ਕੀਤਾ ਗਿਆ, ਜੋ ਕਿ ਡੈਮੋਕ੍ਰੇਟਿਕ ਲਈ ਜਿਹੜਾ ਮੁੱਖ ਪ੍ਰਬੰਧ ਹੁੰਦਾ ਹੈਗਾ। ਠੀਕ ਹੈ ਜੀ। ਚੰਗੀ ਨੀਤੀ ਨਾਲ ਕੀਤੀ ਗਈ ਕਾਰਵਾਈ ਦਾ ਬਚਾਅ, ਤਾਂ ਇਸ ਐਕਟ ਦੇ ਅਧੀਨ ਜੇਕਰ ਕੋਈ ਵੀ ਸੰਸਥਾ ਜੇਕਰ ਇਸ ਐਕਟ ਦੀ ਪੂਰਤੀ ਲਈ ਕੋਈ ਵੀ ਨੇਕ ਨੀਤੀ ਨਾਲ ਕੋਈ ਵੀ ਕਾਰਵਾਈ ਕਰੇਗੀ, ਜਿਵੇਂ ਕਿ ਸਰਕਾਰ, ਰਾਜ ਸਰਕਾਰ, ਬਾਲ ਸੁਧਾਰ ਸੁਰੱਖਿਆ ਕਮਿਸ਼ਨ, ਸਥਾਨਕ ਅਥਾਰਟੀ ਜਾਂ ਸਕੂਲ ਮੈਨੇਜਮੈਂਟ, ਤਾਂ ਉਸ ਵਿਰੁੱਧ ਕੋਈ ਵੀ ਵਿਰੋਧੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਤਾਂ ਹੁਣ ਅਸੀਂ ਦੇਖਾਂਗੇ ਕਿ ਸਿੱਖਿਆ ਅਧਿਕਾਰ ਐਕਟ ਦੇ ਅਧੀਨ ਕਿਹੜੇ ਨਿਯਮ ਜਿਹੜੇ ਸਕੂਲਾਂ ਲਈ ਨਿਰਧਾਰਿਤ ਕੀਤੇ ਗਏ। ਤਾਂ ਸਭ ਤੋਂ ਪਹਿਲਾਂ ਅਧਿਆਪਕਾਂ ਦੀ ਗਿਣਤੀ, ਤਾਂ ਇਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਜੇਕਰ 60 ਬੱਚੇ ਹੋਣਗੇ ਤਾਂ 2 ਅਧਿਆਪਕ, ਔਰ 90 ਬੱਚਿਆਂ ਲਈ 3 ਅਧਿਆਪਕ, 120 ਬੱਚਿਆਂ ਲਈ 4 ਅਧਿਆਪਕ, ਔਰ 200 ਬੱਚਿਆਂ ਲਈ 5 ਅਧਿਆਪਕ। ਔਰ ਜੇਕਰ 150 ਤੋਂ ਵੱਧ ਬੱਚੇ ਹੋਣਗੇ ਤਾਂ ਉਹਨਾਂ ਲਈ 5 ਅਧਿਆਪਕਾਂ ਦੇ ਪਲੱਸ 1 ਹੈੱਡ ਟੀਚਰ ਹੋਵੇਗਾ ਜੀ। ਔਰ ਜੇਕਰ 200 ਤੋਂ ਵੱਧ ਬੱਚੇ ਹੋਣਗੇ ਤਾਂ 1/40 ਦਾ ਅਨੁਪਾਤ ਨਿਸ਼ਚਿਤ ਕੀਤਾ ਗਿਆ। ਔਰ
ਇਸ ਤੋਂ ਅੱਗੇ ਅਸੀਂ ਦੇਖਾਂਗੇ 5ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ, ਤਾਂ ਇਸ ਵਿੱਚ ਘੱਟੋ ਘੱਟ ਇੱਕ ਅਧਿਆਪਕ ਪ੍ਰਤੀ ਜਮਾਤ ਲਈ ਜ਼ਰੂਰੀ ਕਰ ਦਿੱਤਾ ਗਿਆ ਔਰ ਹਰ 35 ਵਿਦਿਆਰਥੀਆਂ ਲਈ ਇੱਕ ਅਧਿਆਪਕ ਨਿਸ਼ਚਿਤ ਕੀਤਾ ਗਿਆ। ਔਰ ਜਿੱਥੇ ਵਿਦਿਆਰਥੀਆਂ ਦੀ ਗਿਣਤੀ 100 ਤੋਂ ਜ਼ਿਆਦਾ ਹੋਵੇਗੀ ਉੱਥੇ ਇੱਕ ਹੈੱਡ ਟੀਚਰ ਹੋਵੇਗਾ ਔਰ ਇੱਕ ਪਾਰਟ ਟਾਈਮ ਅਧਿਆਪਕ ਜ਼ਰੂਰ ਹੋਵੇਗਾ ਜੀ। ਔਰ ਇਸ ਤੋਂ ਇਲਾਵਾ ਜੇਕਰ ਅਸੀਂ ਬਿਲਡਿੰਗ ਦੀ ਗੱਲ ਕਰੀਏ ਤਾਂ ਬਿਲਡਿੰਗ ਅਜਿਹੀ ਹੋਵੇਗੀ ਜੋ ਕਿ ਹਰ ਮੌਸਮ ਵਿੱਚ ਵਰਤਣਯੋਗ ਹੋਵੇਗੀ ਔਰ ਜਿਸ ਵਿੱਚ ਘੱਟੋ ਘੱਟ ਹਰੇਕ ਅਧਿਆਪਕ ਲਈ ਜਮਾਤ ਔਰ ਇਸ ਤੋਂ ਇਲਾਵਾ ਦਫ਼ਤਰ ਹੋਵੇਗਾ ਉਸ ਵਿੱਚ ਔਰ ਇੱਕ ਸਟੋਰ ਹੋਵੇਗਾ ਔਰ ਇੱਕ ਹੈੱਡ ਟੀਚਰ ਰੂਮ ਹੋਵੇਗਾ ਜੀ। ਤਾਂ ਇਹ ਸਾਰੇ ਰੂਮ ਹੋਣੇ ਚਾਹੀਦੇ ਆ ਉਸ ਸਕੂਲ ਵਿੱਚ ਔਰ ਇਸ ਤੋਂ ਇਲਾਵਾ ਬਿਨਾਂ ਰੁਕਾਵਟ ਪਹੁੰਚ ਹੋਣੀ ਚਾਹੀਦੀ ਹੈ ਜੀ ਉੱਥੇ ਸਕੂਲ ਵਿੱਚ। ਔਰ ਇਸ ਤੋਂ ਇਲਾਵਾ ਸਾਰੇ ਬੱਚਿਆਂ ਲਈ ਸੁਰੱਖਿਅਤ ਅਤੇ ਵਧੀਆ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਸਕੂਲ ਦੀ ਜ਼ਿੰਮੇਵਾਰੀ ਹੋਵੇਗੀ। ਔਰ ਇਸ ਤੋਂ ਇਲਾਵਾ ਮਿਡ ਡੇ ਡੀਲ ਮੀਲ ਜਿਹੜਾ ਰਸੋਈ ਘਰ ਹੋਵੇਗਾ ਸਕੂਲ ਵਿੱਚ ਔਰ ਇਸ ਤੋਂ ਇਲਾਵਾ ਖੇਡ ਦਾ ਮੈਦਾਨ ਹੋਵੇਗਾ ਔਰ ਬਿਲਡਿੰਗ ਦੀ ਸੁਰੱਖਿਆ ਲਈ ਚਾਰ ਦੀਵਾਰੀ ਜ਼ਰੂਰੀ ਹੋਵੇਗੀ। ਔਰ ਇਸ ਤੋਂ ਅੱਗੇ ਅਸੀਂ ਦੇਖਾਂਗੇ ਕਿ ਇੱਕ ਅਧਿਆਪਕ ਲਈ ਕਿੰਨੇ ਘੰਟੇ ਜਿਹੜੇ ਅਕਾਦਮਿਕ ਸਾਲ ਦੇ ਲਈ ਨਿਸ਼ਚਿਤ ਕੀਤੇ ਗਏ, ਤਾਂ ਇਸ ਵਿੱਚ 200 ਕੰਮਕਾਜੀ ਦਿਨ ਜਿਹੜੇ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਲਈ ਔਰ 220 ਦੇ ਕੰਮਕਾਜੀ ਦਿਨ 5ਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਔਰ 800 ਘੰਟੇ ਜਿਹੜੇ 1 ਤੋਂ ਲੈ ਕੇ 5ਵੀਂ ਜਮਾਤ ਤੱਕ ਔਰ 1000 ਘੰਟੇ ਅਨੁਦੇਸ਼ਨ 5ਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ। ਤਾਂ ਇਸ ਵਿੱਚ ਤੁਸੀਂ ਦੇਖ ਸਕਦੇ ਹੋ। ਔਰ ਇਸ ਤੋਂ ਇਲਾਵਾ ਹਰ ਹਫ਼ਤੇ ਵਿੱਚ 45 ਘੰਟੇ ਦਾ ਅਧਿਆਪਨ ਅਤੇ ਹੋਰ ਜਿਹੜੀ ਬੱਚਿਆਂ ਨੂੰ ਜਿਹੜਾ ਖਿਡਾਇਆ ਜਾਵੇਗਾ, ਠੀਕ ਹੈ ਜੀ। ਔਰ ਬੱਚਿਆਂ ਨੂੰ ਕੇਵਲ ਜਿਹੜਾ ਪੜ੍ਹਨ ਦੇ ਲਈ ਹੀ ਜਿਹੜਾ ਮੋਟੀਵੇਟ ਨਹੀਂ ਕੀਤਾ ਜਾਵੇਗਾ ਔਰ ਉਹਨਾਂ ਨੂੰ ਜਿਹੜਾ ਸਰੀਰਕ ਸਿਖਲਾਈ ਨਾਲ ਸੰਬੰਧਿਤ ਜਿਹੜੀਆਂ ਉਚਿਤ ਖੇਡਾਂ ਵੱਲ ਜਿਹੜਾ ਧਿਆਨ ਦਿਵਾਇਆ ਜਾਵੇਗਾ ਤਾਂ ਕਿ ਬੱਚੇ ਦੇ ਵਿੱਚ ਜਿਹੜਾ ਇੱਕ ਮਾਨਸਿਕ ਔਰ ਸਰੀਰਕ ਵਿਕਾਸ ਹੋ ਸਕੇ। ਔਰ ਇਸ ਤੋਂ ਇਲਾਵਾ ਸਿੱਖਣ ਸਿਖਾਉਣ ਸਮੱਗਰੀ ਔਰ ਤਾਂ ਸਕੂਲ ਵਿੱਚ ਲੋੜ ਮੁਤਾਬਕ ਸਿੱਖਣ ਅਤੇ ਸਿਖਾਉਣ ਸਮੱਗਰੀ ਉਪਲਬਧ ਕਰਵਾਈ ਜਾਵੇਗੀ। ਔਰ ਇਸ ਤੋਂ ਇਲਾਵਾ ਸਕੂਲ ਵਿੱਚ ਇੱਕ ਲਾਇਬ੍ਰੇਰੀ ਹੋਵੇਗੀ ਜਿੱਥੇ ਅਖਬਾਰ, ਮੈਗਜ਼ੀਨ ਔਰ ਹਰੇਕ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਔਰ ਇਸ ਤੋਂ ਇਲਾਵਾ ਖੇਡਾਂ ਦਾ ਸਮਾਨ, ਤਾਂ ਹਰੇਕ ਸਕੂਲ ਵਿੱਚ ਖੇਡਾਂ ਦੇ ਲਈ ਜਿਹੜਾ ਜ਼ਰੂਰੀ ਸਮਾਨ ਜਿਹੜਾ ਮੁਹੱਈਆ ਕਰਵਾਈ ਜਾਵੇਗਾ ਤਾਂ ਕਿ ਬੱਚੇ ਦਾ ਆਲ ਰਾਊਂਡ ਡਿਵੈਲਪਮੈਂਟ ਹੋ ਸਕੇ। ਤਾਂ ਹੁਣ ਸਾਡਾ ਜਿਹੜਾ ਲੈਕਚਰ ਜੀ ਸਮਾਪਤ ਹੋਣ ਜਾ ਰਿਹਾ, ਤਾਂ ਅਗਲੇ ਲੈਕਚਰ ਵਿੱਚ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ। ਉਮੀਦ ਕਰਦੇ ਤੁਹਾਨੂੰ ਸਾਡੀ ਇਹ ਮਾਸਟਰ ਕੇਡਰ ਦਾ ਜਿਹੜਾ ਸੀਰੀਜ਼ ਆ ਉਹ ਪਸੰਦ ਆ ਰਹੀ ਹੋਵੇਗੀ। ਔਰ ਜਿਸ ਵੀ ਕਿਸੇ ਬੱਚੇ ਨੂੰ ਕਿਸੇ ਵੀ ਜਿਹੜੇ ਸਿਲੇਬਸ ਦੇ ਕਿਸੇ ਵੀ ਸਬਜੈਕਟ ਨਾਲ ਡਾਊਟ ਹੋਵੇ ਤਾਂ ਉਹ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣਾ ਜਿਹੜਾ ਕੁਐਸਚਨ ਟਾਈਪ ਕਰ ਸਕਦਾ ਹੈਗਾ ਜੀ। ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਧੰਨਵਾਦ।